ਜਿਨਾ ਸਾਸ ਗਿਰਾਸ ਨਾ ਵੀਸਰੈ, ਹਰ ਨਾਮਾ ਮਨ ਮੰਤ। ਧਨ ਸੇ ਸਈ ਨਾਨਕਾ, ਪੂਰਨ ਸੋਈ ਸੰਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਜੁੜ ਬੈਠੀ ਗੁਰਸਿੱਖ ਸਾਧ ਸੰਗਤ ਜੀਓ, ਬਡਭਾਗੀ ਹੋ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਦੀ ਹਾਜ਼ਰੀ ਭਰ ਕੇ ਜੀਵਨ ਸਫਲ ਬਣਾ ਰਹੇ ਹੋ। ਮਹਾਂਪੁਰਖ ਸੰਤ ਬਾਬਾ ਜੋਗਿੰਦਰ ਸਿੰਘ ਜੀ ਦੀ ਰਹਿਨੁਮਾਈ ਹੇਠ ਇਹ 3 ਦਿਨਾਂ ਸਮਾਗਮ ਚੱਲ ਰਹੇ ਹਨ। ਕੱਲ੍ਹ ਤੋਂ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹਨ। ਮਹਾਂਪੁਰਖ ਸੰਤ ਬਾਬਾ ਦਲੀਪ ਸਿੰਘ ਜੀ ਡਮੇਲੀ ਵਾਲੇ, ਉਹਨਾਂ ਦੀ 73ਵੀਂ ਬਰਸੀ ਮਨਾਈ ਜਾ ਰਹੀ ਹੈ। ਮਹਾਂਪੁਰਖ ਬਾਬਾ ਦਲੀਪ ਸਿੰਘ ਜੀ, ਜਿਨ੍ਹਾਂ ਦੀ ਬਰਸੀ ਦੇਸ਼ਾਂ ਵਿਦੇਸ਼ਾਂ ਵਿੱਚ ਮਨਾਈ ਜਾਂਦੀ ਹੈ। ਇੰਗਲੈਂਡ ਵਿੱਚ ਵੀ ਤਕਰੀਬਨ 3-4 ਥਾਵਾਂ ਤੇ 3-4 ਗੁਰੂ ਘਰਾਂ ਵਿੱਚ ਮਨਾਈ ਜਾਂਦੀ ਹੈ। ਇਸ ਤੋਂ ਬਿਨਾਂ ਹੋਰ ਦੇਸ਼ਾਂ ਵਿੱਚ, ਅਮਰੀਕਾ ਦੇ ਵਿੱਚ ਵੀ ਵੱਡੇ ਪੱਧਰ ਤੇ ਮਹਾਂਪੁਰਖਾਂ ਦੀ ਯਾਦ ਮਨਾਈ ਜਾਂਦੀ ਹੈ। ਜੋ ਪਿੰਡ ਡੁਮੇਲੀ ਹੈ, ਬਹੁਤ ਹੀ ਭਾਗਾਂ ਵਾਲੀ ਧਰਤੀ ਹੈ, ਕਿਉਂਕਿ ਪਿੰਡ ਡੁਮੇਲੀ ਜੋ ਕਪੂਰਥਲਾ ਜ਼ਿਲ੍ਹਾ ਵਿੱਚ ਪੈਂਦਾ ਪੰਜਾਬ ਵਿੱਚ, ਇਸ ਨਗਰ ਦੇ ਵਿੱਚ ਜੋ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ, ਡੁਮੇਲੀ ਪਿੰਡ ਦੀ ਜੋ ਸਭ ਤੋਂ ਮਹਾਨ ਵਿਸ਼ੇਸ਼ਤਾ ਹੈ, ਉਹ ਇਹ ਹੈ ਕਿ ਇਸ ਸਥਾਨ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਈ ਦਿਨ ਠਹਿਰੇ ਸਨ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਾਵਨ ਹੱਥਾਂ ਦਾ ਗੱਡਿਆ ਹੋਇਆ ਥੰਮ ਹੈ। ਸਿੱਖ ਕੌਮ ਦੇ ਵਿੱਚ 4 ਥੰਮ ਨੇ। ਜਿਸ ਤਰ੍ਹਾਂ 5 ਤਖਤ ਨੇ, ਇਸ ਤਰ੍ਹਾਂ 4 ਥੰਮ ਨੇ, ਜਿਹਦੇ ਵਿੱਚੋਂ ਇੱਕ ਪਿੰਡ ਡੁਮੇਲੀ ਵਿੱਚ ਹੈ। ਬੜਾ ਇਤਿਹਾਸਕ ਪਿੰਡ ਹੈ। ਸਭ ਤੋਂ ਪਹਿਲਾ ਥੰਮ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪਿੰਡ ਉਦੋਕੇ, ਜਿਹੜਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਤਿਹਾਸ ਯਾਦ ਕਰਵਾਉਂਦਾ ਹੈ। ਦੂਜਾ ਥੰਮ ਗੁਰੂ ਅਮਰਦਾਸ ਜੀ ਮਹਾਰਾਜ ਦਾ ਗੋਇੰਦਵਾਲ ਸਾਹਿਬ ਵਿਖੇ। ਤੀਸਰਾ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਥੰਮ ਕਰਤਾਰਪੁਰ ਸਾਹਿਬ ਵਿਖੇ ਗੁਰਦੁਆਰਾ ਥੰਮ ਸਾਹਿਬ। ਚੌਥਾ ਥੰਮ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਪਿੰਡ ਡੁਮੇਲੀ ਵਿਖੇ। ਇਹ ਬੜੇ ਮਾਣ ਵਾਲੀ ਗੱਲ ਹੈ। ਔਰ ਸਿਰਫ ਇਹੀ ਨਹੀਂ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਾਫੀ ਲੰਬਾ ਸਮਾਂ, ਕਈ ਦਿਨ ਮਹਾਰਾਜ ਡੁਮੇਲੀ ਰਹੇ। ਨਗਰ ਦੀਆਂ ਸੰਗਤਾਂ ਨੇ ਬਹੁਤ ਸੇਵਾ ਕੀਤੀ ਮਹਾਰਾਜ ਦੀ। ਜਦੋਂ ਕੁਝ ਦਿਨਾਂ ਤੋਂ ਬਾਅਦ ਮਹਾਰਾਜ ਫਿਰ ਜਾਣ ਲੱਗੇ ਗੁਰੂ ਹਰਗੋਬਿੰਦ ਸਾਹਿਬ ਜੀ, ਫਿਰ ਪਿੰਡ ਦੀਆਂ ਸੰਗਤਾਂ ਨੇ ਬੇਨਤੀ ਕੀਤੀ, ਮਹਾਰਾਜ ਆਪ ਚਲੇ ਚੱਲੇ ਹੋ, ਅਸੀਂ ਕਿਸ ਦੇ ਦਰਸ਼ਨ ਕਰਿਆ ਕਰਾਂਗੇ, ਤੁਹਾਡੀ ਸਾਨੂੰ ਬੜੀ ਯਾਦ ਆਇਆ ਕਰੇਗੀ।
ਤਾਂ ਫਿਰ ਮਹਾਰਾਜ ਨੇ ਆਪਣੇ ਹੱਥ ਦਾ ਇੱਕ ਲੱਕੜ ਦਾ ਥੰਮ ਗੱਡਿਆ। ਆਖਿਆ, ਜਦੋਂ ਤੁਸੀਂ ਇਸ ਦੇ ਦਰਸ਼ਨ ਕਰਿਆ ਕਰੋਗੇ ਤਾਂ ਤੁਹਾਨੂੰ ਸਾਡੇ ਹੀ ਦਰਸ਼ਨ ਹੋਇਆ ਕਰਨਗੇ, ਕਿਉਂਕਿ ਮਸਲਾ ਸਾਰਾ ਯਾਦ ਦਾ ਹੁੰਦਾ ਹੈ। ਉਹ ਥੰਮ ਲੱਕੜ ਦਾ ਅਜੇ ਤੱਕ ਵੀ ਸੁਭਾਏਮਾਨ ਹੈ। ਉਹ ਐਸੀ ਲੱਕੜ ਜਿਹਨੂੰ ਨਾ ਘੁਣ ਲੱਗਾ, ਸਿਉਂਕ ਲੱਗੀ, ਉਹ ਲੱਕੜ ਨਾ ਗਲੀ, ਐਨ ਉਸੇ ਤਰ੍ਹਾਂ ਹੈ। ਉਹ ਥੰਮ ਸ਼ੀਸ਼ੇ ਵਿੱਚ ਮੜਾਇਆ ਹੋਇਆ ਸੰਗਤਾਂ ਦਰਸ਼ਨ ਕਰਦੀਆਂ ਨੇ। ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਖਦਸ਼ਾ ਹੋ ਚੁੱਕੀ ਸੀ, ਪੁਰਾਣੀ ਬਣੀ ਹੋਈ ਸੀ। ਕਦੋਂ ਦੀ ਬਣੀ ਹੋਈ ਸੀ ਕਿਸੇ ਨੂੰ ਪਤਾ ਹੀ ਨਹੀਂ। ਪਿੰਡ ਵਿੱਚ ਕੋਈ ਇਹੋ ਜਿਹਾ ਬਜ਼ੁਰਗ ਨਹੀਂ ਜਿਸ ਨੂੰ ਇਹ ਪਤਾ ਹੋਵੇ ਕਿ ਗੁਰਦੁਆਰਾ ਥੰਮ ਸਾਹਿਬ ਦੀ ਇਮਾਰਤ ਕਦੋਂ ਬਣੀ। ਸੋ ਜਿਸ ਕਰਕੇ ਹੁਣ ਦੁਬਾਰਾ ਫੇਰ ਸਾਰੀ ਇਮਾਰਤ ਢਾਹ ਕੇ ਦੁਬਾਰਾ ਬਣ ਰਹੀ ਹੈ। ਬੜੇ ਵੱਡੇ ਪੱਧਰ ਤੇ ਸੇਵਾ ਚੱਲ ਰਹੀ ਹੈ। ਗੁਰਦੁਆਰਾ ਥੰਮ ਸਾਹਿਬ ਦੀ ਇਮਾਰਤ, ਪਹਿਲਾਂ ਗੁਰਦੁਆਰਾ ਸਾਹਿਬ ਪਿੰਡ ਦੇ ਵਿੱਚ ਘਿਰਿਆ ਹੋਇਆ ਸੀ, ਆਲੇ ਦੁਆਲੇ ਘਰ ਹੀ ਘਰ ਸੀ। ਕਾਰ ਗੁਰਦੁਆਰਾ ਸਾਹਿਬ ਤੱਕ ਨਹੀਂ ਸੀ ਜਾਂਦੀ, ਉਰੇ ਖੜੀ ਕਰਨੀ ਪੈਂਦੀ ਸੀ। ਪਰ ਹੁਣ ਆਲੇ ਦੁਆਲੇ ਦੇ ਘਰ ਖਰੀਦ ਕੇ ਕਾਫੀ ਏਰੀਆ ਖੁੱਲ੍ਹਾ ਡੁੱਲਾ ਕਰ ਲਿਆ ਗਿਆ ਤੇ ਵੱਡੇ ਪੱਧਰ ਤੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਬਣ ਰਹੀ ਹੈ। ਇਹ ਅਸਥਾਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ, ਔਰ ਇਸ ਤੋਂ ਬਾਅਦ ਕਿੰਨੇ ਕੁ ਮਹਾਂਪੁਰਖਾਂ ਦੇ ਡੁਮੇਲੀ ਦੀ ਧਰਤੀ ਤੇ ਚਰਨ ਪਏ, ਕੋਈ ਗਿਣਤੀ ਹੀ ਨਹੀਂ ਹੈ। ਉਹ ਸਾਰਾ ਏਰੀਆ, ਸਾਰਾ ਇਲਾਕਾ ਹੀ ਪੂਜਣਯੋਗ ਹੈ, ਸਤਿਕਾਰਯੋਗ ਹੈ। ਕਿਉਂਕਿ ਜਿੱਥੇ ਸੰਤ ਬਾਬਾ ਦਲੀਪ ਸਿੰਘ ਜੀ ਦੀ ਕੁਟੀਆ ਹੈ, ਅਸਥਾਨ ਬਣਿਆ ਹੋਇਆ, ਤੁਹਾਡੇ ਵਿੱਚੋਂ ਕਈਆਂ ਨੇ ਦਰਸ਼ਨ ਵੀ ਕੀਤੇ ਹੋਣਗੇ। ਇਹ ਅਸਥਾਨ ਤਕਰੀਬਨ ਅੱਜ ਤੋਂ 120-22 ਸਾਲ ਪਹਿਲਾਂ ਸੰਤ ਬਾਬਾ ਦਲੀਪ ਸਿੰਘ ਜੀ ਨੇ ਵਸਾਇਆ। ਸੰਤ ਬਾਬਾ ਦਲੀਪ ਸਿੰਘ ਜੀ, ਜਿਨ੍ਹਾਂ ਦਾ ਅਸਲੀ ਪਿੰਡ ਤੇ ਸਾਰੀ ਸੀ, ਕਾਰੀ ਸਾਰੀ 2 ਪਿੰਡ ਪੈਂਦੇ ਨੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ, ਡੁਮੇਲੀ ਤੋਂ ਥੋੜ੍ਹਾ ਹੀ ਦੂਰ ਨੇ। ਸਾਰੀ ਪਿੰਡ ਤੋਂ ਸੀ ਸੰਤ ਬਾਬਾ ਦਲੀਪ ਸਿੰਘ ਜੀ। ਛੋਟੇ ਹੁੰਦਿਆਂ ਦੇ ਮਾਤਾ ਪਿਤਾ ਚੜ੍ਹਾਈ ਕਰ ਗਏ ਸਨ ਤੇ ਡੁਮੇਲੀ ਪਿੰਡ ਉਹਨਾਂ ਦੇ ਨਾਨਕਾ ਪਰਿਵਾਰ ਸੀ। ਡੁਮੇਲੀ ਉਹਨਾਂ ਦਾ ਨਾਨਕਾ ਪਿੰਡ ਸੀ। ਮਹਾਂਪੁਰਖ ਬਾਬਾ ਦਲੀਪ ਸਿੰਘ ਜੀ ਫਿਰ ਆਪਣੇ ਨਾਨਕੇ ਪਿੰਡ ਡੁਮੇਲੀ ਆ ਗਏ। ਜਿਸ ਤਰ੍ਹਾਂ ਪੁਰਾਣੇ ਸਮਿਆਂ ਦਾ ਰਿਵਾਜ ਹੁੰਦਾ ਸੀ ਕਿ ਬੱਚਿਆਂ ਨੂੰ ਪੱਠੇ ਪਸ਼ੂਵਾਦਕ ਚਾਰਨ ਵਾਸਤੇ ਭੇਜ ਦੇਣਾ, ਉਦੋਂ ਜ਼ਿਆਦਾਤਰ ਖੇਤੀਬਾੜੀ ਦਾ ਕੰਮ, ਪਸ਼ੂ ਪਾਲ ਦਾ ਕੰਮ ਹੁੰਦਾ ਸੀ। ਪਾਕਿਸਤਾਨ ਬਣਨ ਤੋਂ ਪਹਿਲਾਂ ਦੀਆਂ ਗੱਲਾਂ, ਇਹ 1947 ਤੋਂ ਪਹਿਲਾਂ ਦੀਆਂ ਗੱਲਾਂ। ਸੰਤ ਬਾਬਾ ਦਲੀਪ ਸਿੰਘ ਜੀ ਛੋਟੇ ਸਨ, ਆਪ ਮਾਲ ਡੰਗਰ ਪਸ਼ੂ ਲੈ ਕੇ ਚਾਰਨ ਵਾਸਤੇ ਚਰਾਂਦਾਂ ਵਿੱਚ ਆ ਜਾਂਦੇ ਸੀ। ਸੋ ਜਿੱਥੇ ਅੱਜ ਅਸਥਾਨ ਵੱਜਾ ਹੋਇਆ, ਇੱਥੇ ਹੌਲੀ ਹੌਲੀ ਫਿਰ ਮਹਾਂਪੁਰਖ ਇੱਥੇ ਟਿਕ ਗਏ। ਇੱਥੇ ਉਹਨਾਂ ਨੇ ਸਭ ਤੋਂ ਪਹਿਲਾਂ ਕਾਨਿਆਂ ਦੀ ਇੱਕ ਛਪਰੀ ਬੰਨੀ, ਉਹਦੇ ਵਿੱਚ ਰਹਿਣ ਲੱਗ ਪਏ। ਪ੍ਰਸ਼ਾਦਾ ਘਰੋਂ ਆਉਂਦਾ ਸੀ।
ਉਹਨਾਂ ਦੇ ਨਾਨਕੇ ਪਰਿਵਾਰ ਵਿੱਚੋਂ ਜਦੋਂ ਕਦਾ ਅਸੀਂ ਦੇਖਿਆ, ਰਤਨ ਸਿੰਘ ਜੀ ਹੁੰਦੇ ਸੀ, ਉਹਨਾਂ ਨੂੰ ਸਰਕਾਰ ਕਹਿੰਦੇ ਹੁੰਦੇ ਸੀ। ਬੜੇ ਗੁਰਮੁਖ ਸਨ। ਉਹ ਪ੍ਰਸ਼ਾਦਾ ਲੈ ਕੇ ਆਉਂਦੇ ਹੁੰਦੇ ਸੀ। ਉਹਨਾਂ ਦੇ ਘਰੋਂ ਮਾਤਾ ਨਰਿੰਜਣ ਕੌਰ, ਉਸ ਤੋਂ ਬਾਅਦ ਫਿਰ ਉਹਨਾਂ ਦੇ ਬੱਚੇ ਵੀ ਕਾਫੀ ਲੰਬਾ ਸਮਾਂ ਇਹ ਮਰਜ਼ਾਦਾ ਨਿਭਾਉਂਦੇ ਰਹੇ। ਪਰ ਸਮੇਂ ਦੇ ਲਿਹਾਜ਼ ਦੇ ਨਾਲ ਫਿਰ ਉਹਨਾਂ ਵਿੱਚੋਂ ਪਰਿਵਾਰ ਤਕਰੀਬਨ ਜ਼ਿਆਦਾ ਬਾਹਰ ਚਲਾ ਗਿਆ, ਕੈਨੇਡਾ ਆਦਿ। ਹੁਣ ਨਹੀਂ। ਸੋ ਬਾਬਾ ਦਲੀਪ ਸਿੰਘ ਜੀ ਫਿਰ ਉੱਥੇ ਟਿਕ ਗਏ। ਮਹਾਂਪੁਰਖਾਂ ਨੇ ਉੱਥੇ ਤਪੱਸਿਆ ਆਰੰਭ ਕੀਤੀ, ਭਗਤੀ ਕੀਤੀ। ਭਗਤੀ ਦੀ ਬਦੌਲਤ, ਸਿਮਰਨ ਦੀ ਬਦੌਲਤ, ਕਠਨ ਘਾਲਣਾ ਦੀ ਬਦੌਲਤ ਮਹਾਂਪੁਰਖਾਂ ਦਾ ਆਉਣਾ ਹੋਇਆ। ਕਈ ਸੰਨਿਆਸੀ, ਹਕੀਮ, ਵੈਦ ਉਹ ਵੀ ਆਉਣ ਲੱਗ ਪਏ। ਉਹਨਾਂ ਦੇ ਕੋਲੋਂ ਮਹਾਂਪੁਰਖਾਂ ਨੇ ਬਹੁਤ ਸਾਰੀਆਂ ਔਸ਼ਧੀਆਂ, ਦਵਾਈਆਂ ਸਿੱਖ ਲਈਆਂ। ਤੇ ਫਿਰ ਮਹਾਂਪੁਰਖਾਂ ਨੇ ਦਵਾ ਦਾਰੂ ਦਾ ਜੋ ਕੰਮ ਸੀ ਉਹ ਸ਼ੁਰੂ ਕੀਤਾ। ਇਹ ਧਰਮ ਅਰਥ ਦਵਾਈ ਖਾਨਾ ਮਹਾਂਪੁਰਖ ਬਾਬਾ ਦਲੀਪ ਸਿੰਘ ਜੀ ਨੇ ਆਰੰਭ ਕੀਤਾ। ਧਰਮ ਅਰਥ ਦਵਾਈ ਖਾਨਾ ਬਾਬਾ ਦਲੀਪ ਸਿੰਘ ਜੀ ਨੇ ਜਦੋਂ ਚਲਾਇਆ, ਸਾਰਾ ਕੁਛ ਮੁਫਤ ਦੇ ਵਿੱਚ, ਕੋਈ ਦਵਾਈ ਦਾ ਪੈਸਾ ਨਹੀਂ, ਮੁਫਤ ਦੇ ਵਿੱਚ ਲੰਗਰ ਪ੍ਰਸ਼ਾਦਾ, ਰਿਹਾਇਸ਼, ਹਰ ਚੀਜ਼ ਮੁਫਤ ਵਿੱਚ। ਇਸ ਲਈ ਭਿਆਨਕ ਤੋਂ ਭਿਆਨਕ ਰੋਗਾਂ ਤੋਂ ਪੀੜਤ ਲੋਕ ਉਹ ਮਹਾਂਪੁਰਖਾਂ ਦੇ ਕੋਲ ਇਲਾਜ ਕਰਵਾਉਣ ਵਾਸਤੇ ਆਉਂਦੇ ਸਨ। ਸੱਪ ਲੜ ਜਾਣਾ, ਗੰਭੀਰ ਆਦਿਕ, ਚੰਬਲ ਜਾਂ ਮਿਰਗੀ ਪੈਣੀ, ਇਹੋ ਜਿਹੇ ਲਾ ਇਲਾਜ ਰੋਗ ਜਿਨ੍ਹਾਂ ਦਾ ਇਲਾਜ ਹੀ ਨਹੀਂ, ਉਹਨਾਂ ਰੋਗਾਂ ਤੋਂ ਪੀੜਤ ਲੋਕ ਇਸ ਅਸਥਾਨ 'ਤੇ ਆਉਣ ਲੱਗ ਪਏ। ਹੌਲੀ ਹੌਲੀ ਮਹਾਂਪੁਰਖਾਂ ਦੀਆਂ ਸੰਤ ਮੰਡਲੀਆਂ, ਸਾਧੂ ਮੰਡਲੀਆਂ ਵੀ ਆਉਣ ਲੱਗ ਪਈਆਂ। ਸਾਧੂ ਮਹਾਤਮਾ ਵੀ ਆਉਣ ਲੱਗ ਪਏ। ਉਸ ਵੇਲੇ ਦੇ ਸਿਰਮੌਰ ਮਹਾਂਪੁਰਖ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ, ਉਹਨਾਂ ਦਾ ਮਹਾਂਪੁਰਖ ਬਾਬਾ ਦਲੀਪ ਸਿੰਘ ਜੀ ਦੇ ਨਾਲ ਬੜਾ ਪਿਆਰ ਬਣ ਗਿਆ। ਬਾਬਾ ਦਲੀਪ ਸਿੰਘ ਜੀ ਤੇ ਬਾਬਾ ਜਵਾਲਾ ਸਿੰਘ ਜੀ ਦਾ ਬੜਾ ਪਿਆਰ ਸੀ। ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਕਈ ਦਿਨ ਆਣ ਕੇ ਡੁਮੇਲੀ ਪਿੰਡ ਰਹਿੰਦੇ ਸਨ। ਬਾਬਾ ਜਵਾਲਾ ਸਿੰਘ ਜੀ ਬਾਬਾ ਦਲੀਪ ਸਿੰਘ ਜੀ ਨੂੰ ਕਿਹਾ ਕਰਦੇ ਸੀ ਕਿ ਅਸੀਂ ਸਿਮਰਨ ਕੀਤਾ ਹੈ, ਤੁਸੀਂ ਸੇਵਾ ਤੇ ਸਿਮਰਨ ਦੋਨੋਂ ਕੀਤੇ ਹਨ। ਇੰਨਾ ਮਾਣ ਮਹਾਂਪੁਰਖ ਬਾਬਾ ਜਵਾਲਾ ਸਿੰਘ ਜੀ ਸੰਤ ਬਾਬਾ ਦਲੀਪ ਸਿੰਘ ਜੀ ਨੂੰ ਦਿਆ ਕਰਦੇ ਸਨ। ਬਾਬਾ ਦਲੀਪ ਸਿੰਘ ਜੀ ਨੇ ਇਸ ਅਸਥਾਨ ਤੇ ਬੜੀ ਸੇਵਾ ਕੀਤੀ। ਇਹਨਾਂ ਦੇ ਕੋਲ ਕਈ ਸਾਰੇ ਗੁਰਮੁਖ ਰਹਿੰਦੇ ਸਨ। ਉਹਨਾਂ ਦੇ ਬੜੇ ਨਾਮ ਪ੍ਰਸਿੱਧ ਨੇ। ਭਾਈ ਗਿਆਨ ਸਿੰਘ ਜੀ ਬਿਹਾਲੇ ਵਾਲੇ ਹੁੰਦੇ ਸੀ, ਉਹਨਾਂ ਨੇ ਬੜੀ ਸੇਵਾ ਕੀਤੀ। ਭਾਈ ਬਲਬੀਰ ਸਿੰਘ ਛੋਟੀ ਲਹਿਲੀ ਵਾਲੇ, ਉਹਨਾਂ ਨੇ ਬੜੀ ਸੇਵਾ ਕੀਤੀ। ਹੋਰ ਵੀ ਬਹੁਤ ਸਨ ਜਿਨ੍ਹਾਂ ਨੇ ਬੜੀ ਮਹਾਂਪੁਰਖਾਂ ਦੀ ਸੇਵਾ ਕੀਤੀ। ਸੰਤ ਬਾਬਾ ਹਰਬੰਸ ਸਿੰਘ ਜੀ ਤੇ ਸੰਤ ਸਰਵਣ ਸਿੰਘ ਜੀ, ਜਿਨ੍ਹਾਂ ਦੇ ਨਾਮ ਪ੍ਰਸਿੱਧ ਹਨ। ਸੰਤ ਸਰਵਣ ਸਿੰਘ ਜੀ ਗੰਧਰਵ, ਜਿਨ੍ਹਾਂ ਨੇ ਸੰਤ ਬਾਬਾ ਦਲੀਪ ਸਿੰਘ ਜੀ ਦੀ ਸ਼ਰਨ ਲਈ, ਔਰ ਸੰਤ ਬਾਬਾ ਸਰਵਣ ਸਿੰਘ ਜੀ ਨੂੰ ਬਾਬਾ ਦਲੀਪ ਸਿੰਘ ਜੀ ਨੇ ਗੁਰਮਤਿ ਸੰਗੀਤ ਵਿੱਚ ਨਿਪੁੰਨਤਾ
ਬਖਸ਼ਿਸ਼ ਕੀਤੇ। ਚੰਗੇ ਚੰਗੇ ਉਸਤਾਦਾਂ ਤੋਂ ਉਹਨਾਂ ਨੂੰ ਵਿੱਦਿਆ ਦਿਵਾਈ ਗਈ। ਗਵਾਲੀਅਰ ਘਰਾਣੇ ਤੋਂ ਉਹਨਾਂ ਨੇ ਵਿੱਦਿਆ ਹਾਸਲ ਕੀਤੀ। ਉਸ ਵੇਲੇ ਦੇ ਮਹਾਨ ਪੰਡਿਤ ਰਵੀ ਸ਼ੰਕਰ ਜੀ ਦੇ ਕੋਲੋਂ ਸਿਤਾਰ ਸਿੱਖੀ। 32 ਸਾਜ਼ਾਂ ਦੇ ਮਾਹਰ ਸਨ ਸੰਤ ਬਾਬਾ ਸਰਵਣ ਸਿੰਘ ਜੀ ਗੰਧਾਰਵ। ਸੰਤ ਸਰਵਣ ਸਿੰਘ ਜੀ ਨੇ ਬੜਾ ਪਰਉਪਕਾਰ ਕੀਤਾ। ਉਹਨਾਂ ਨੇ ਗੰਧਰਵ ਸੰਗੀਤ ਵਿਦਿਆਲੇ ਦੀ ਸਿਰਜਣਾ ਕੀਤੀ। ਇਸ ਵਿਦਿਆਲੇ ਵਿੱਚੋਂ ਅਣਗਿਣਤ ਵਿਦਿਆਰਥੀ ਕੀਰਤਨ ਸਿੱਖ ਕੇ ਨਿਕਲੇ। ਕਿਸੇ ਨੇ ਪਾਠ ਸਿੱਖਿਆ, ਕਿਸੇ ਨੇ ਕੀਰਤਨ ਸਿੱਖਿਆ, ਕਿਸੇ ਨੇ ਕਥਾ ਸਿੱਖੀ। ਇਹ ਸਾਰੀ ਸੇਵਾ ਸੰਤ ਸਰਵਣ ਸਿੰਘ ਜੀ ਗੰਧਰਵ ਨਿਭਾਉਂਦੇ ਸਨ। 2 ਵੇਲੇ ਕਲਾਸ ਲੱਗਦੀ ਸੀ। ਦਾਸ ਵੀ ਉਸ ਵਿਦਿਆਲੇ ਵਿੱਚ 15 ਸਾਲ ਰਿਹਾ ਤੇ ਸਾਰੀ ਵਿੱਦਿਆ ਸਿੱਖੀ। ਇਸ ਤੋਂ ਬਿਨਾਂ ਮਹਾਂਪੁਰਖ ਸੰਤ ਬਾਬਾ ਹਰਬੰਸ ਸਿੰਘ ਜੀ, ਸੰਤ ਹਰਬੰਸ ਸਿੰਘ ਜੀ ਮਹਾਂਪੁਰਖ, ਜਿਨ੍ਹਾਂ ਦੇ ਬਾਰੇ ਇੰਗਲੈਂਡ ਦੀ ਸੰਗਤ ਤਕਰੀਬਨ ਜਾਣਦੀ ਹੈ। ਸੰਤ ਬਾਬਾ ਹਰਬੰਸ ਸਿੰਘ ਜੀ ਕਿਸੇ ਦੀ ਜਾਣ ਪਹਿਚਾਣ ਦੇ ਮੁਹਤਾਜ ਨਹੀਂ। ਮਹਾਂਪੁਰਖ ਸੰਤ ਬਾਬਾ ਹਰਬੰਸ ਸਿੰਘ ਜੀ ਬੜੇ ਪਰਉਪਕਾਰੀ ਮਹਾਂਪੁਰਖ, ਬੜੇ ਦਰਿਆ ਦਿਲ ਮਹਾਂਪੁਰਖ ਸਨ। ਬੜੀਆਂ ਸੇਵਾਵਾਂ ਕੀਤੀਆਂ ਮਹਾਂਪੁਰਖ ਬਾਬਾ ਹਰਬੰਸ ਸਿੰਘ ਜੀ ਨੇ। ਬੜੇ ਗੁਰੂ ਘਰ ਬਣਾਏ, ਸਕੂਲ ਕਾਲਜ ਬਣਾਏ ਮਹਾਂਪੁਰਖਾਂ ਨੇ। ਵੈਸਟ ਬ੍ਰੋਮਿਚ ਦੇ ਵਿੱਚ ਗੁਰਦੁਆਰਾ ਗੁਰੂ ਹਰਰਾਏ ਸਾਹਿਬ ਸੰਤ ਬਾਬਾ ਹਰਬੰਸ ਸਿੰਘ ਜੀ ਮਹਾਂਪੁਰਖਾਂ ਨੇ ਬਾਬਾ ਜੋਗਿੰਦਰ ਸਿੰਘ ਜੀ ਨੇ ਮਿਲ ਕੇ ਬਣਾਇਆ। ਹੋਰ ਵੀ ਬੜੀਆਂ ਸੇਵਾਵਾਂ ਕੀਤੀਆਂ। ਇਸ ਤਰ੍ਹਾਂ ਇਹ 2 ਸੇਵਾ ਦੇ ਪ੍ਰਵਾਹ ਚੱਲੇ। ਇਹ 2 ਸੇਵਾ ਦੇ ਝਰਨੇ ਫੁੱਟੇ ਡਮੇਲੀ ਪਿੰਡ ਤੋਂ। ਇੱਕ ਸੰਤ ਬਾਬਾ ਸਰਵਣ ਸਿੰਘ ਜੀ ਗੰਧਰਵ, ਜਿਨ੍ਹਾਂ ਨੇ ਅਨੰਤ ਵਿਦਿਆਰਥੀਆਂ ਨੂੰ ਗੁਰਬਾਣੀ ਨਾਲ ਜੋੜਿਆ, ਤੇ ਦੂਸਰੇ ਸੰਤ ਬਾਬਾ ਹਰਬੰਸ ਸਿੰਘ ਜੀ। ਔਰ ਇਸ ਤਰ੍ਹਾਂ ਸੰਤ ਬਾਬਾ ਦਲੀਪ ਸਿੰਘ ਜੀ ਫਿਰ 1949 ਵਿੱਚ ਸਰੀਰ ਤਿਆਗ ਗਏ। ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ, ਜਿਨ੍ਹਾਂ ਨੇ ਆਪ ਸੰਤ ਬਾਬਾ ਦਲੀਪ ਸਿੰਘ ਜੀ ਦਾ ਸੰਸਕਾਰ ਕੀਤਾ। 1949 ਤੋਂ ਲੈ ਕੇ ਹੁਣ ਤੱਕ 73-74 ਸਾਲ ਬੀਤ ਗਏ ਹਨ। ਸੰਤ ਬਾਬਾ ਦਲੀਪ ਸਿੰਘ ਜੀ ਤੋਂ ਬਾਅਦ ਫਿਰ ਬਾਬਾ ਹਰਬੰਸ ਸਿੰਘ ਜੀ, ਬਾਬਾ ਸਰਵਣ ਸਿੰਘ ਜੀ ਨੇ ਇਹ ਸਾਰੀਆਂ ਸੇਵਾਵਾਂ ਸੰਭਾਲੀਆਂ। 1990 ਵਿੱਚ ਸੰਤ ਬਾਬਾ ਹਰਬੰਸ ਸਿੰਘ ਜੀ ਚੜ੍ਹਾਈ ਕਰ ਗਏ। 1992 ਵਿੱਚ ਸੰਤ ਬਾਬਾ ਸਰਵਣ ਸਿੰਘ ਜੀ ਗੰਧਰਵ, ਉਹ ਵੀ ਚੜ੍ਹਾਈ ਕਰ ਗਏ। ਸੋ ਉਹ ਸੇਵਾਵਾਂ ਸਾਰੀਆਂ ਮਹਾਂਪੁਰਖ ਸੰਤ ਬਾਬਾ ਜੋਗਿੰਦਰ ਸਿੰਘ ਜੀ ਨਿਰੰਤਰ ਅਨੰਦਪੁਰ ਸਾਹਿਬ ਦੀ ਧਰਤੀ ਤੇ ਨਿਭਾ ਰਹੇ। ਇੱਥੇ ਵੀ ਮਹਾਂਪੁਰਖਾਂ ਨੇ ਗੁਰਦੁਆਰਾ ਪਿਤਾ ਕਾਲੂ ਸਾਹਿਬ ਜੀ ਦੀ ਸਿਰਜਣਾ ਕੀਤੀ। ਇਸ ਤਰ੍ਹਾਂ ਜਿਹੜੇ ਪਰਉਪਕਾਰਤਾ ਵਾਸਤੇ ਸਮਰਪਿਤ ਹੋ ਜਾਂਦੇ ਨੇ, ਜਿਹੜੇ ਸੰਸਾਰ ਦਾ ਭਲਾ ਕਰਨ ਵਾਸਤੇ ਤਤਪਰ ਹੋ ਜਾਂਦੇ ਹਨ, ਉਹਨਾਂ ਨੂੰ ਸੰਸਾਰ ਯਾਦ ਕਰਦਾ ਹੈ। ਜਿਸ ਤਰ੍ਹਾਂ ਸੰਸਾਰ ਦੇ ਉੱਪਰ ਵਿਦਵਾਨ ਪੁਰਸ਼ ਕਹਿੰਦੇ ਹਨ 2 ਤਰ੍ਹਾਂ ਦੇ ਬੂਟੇ ਹੁੰਦੇ ਨੇ। ਇੱਕ ਉਹ ਬੂਟੇ ਜਿਹੜੇ ਛਾਂ ਦਿੰਦੇ ਨੇ, ਇੱਕ ਉਹ ਬੂਟੇ ਜਿਹੜੇ ਫਲ ਦਿੰਦੇ ਨੇ। ਲੇਕਿਨ ਇੱਕ ਉਹ ਹੁੰਦੇ ਨੇ ਜਿਹੜੇ ਨਾ ਛਾਂ ਤੇ ਨਾ ਫਲ। ਭਾਵ ਇਹ ਹੈ ਕਿ ਇੱਕ ਉਹ ਮਨੁੱਖ ਜੋ ਕੁਛ ਨਾ ਕੁਛ ਕਰਦਾ ਹੈ, ਦੂਸਰੇ ਵਾਸਤੇ ਕੁਛ ਨਾ ਕੁਛ ਕਰਦਾ ਹੈ,
ਕੋਈ ਥੋੜਾ ਕਰਦਾ ਹੈ, ਬਹੁਤਾ ਕਰਦਾ ਹੈ, ਉਹ ਅਲੱਗ ਬਾਤ ਹੈ। ਲੇਕਿਨ ਇੱਕ ਉਹ ਹੈ ਜਿਹੜਾ ਸਿਰਫ ਆਪਣੇ ਤੱਕ ਸੀਮਤ ਹੈ। ਲੇਕਿਨ ਇੱਕ ਉਹ ਹੈ ਜਿਹੜਾ ਨਾ ਆਪਣੇ ਜੋਗਾ ਹੈ, ਨਾ ਕਿਸੇ ਜੋਗਾ ਹੈ, ਨਾ ਆਪਣਾ ਕੁਝ ਸਵਾਰਦਾ ਹੈ, ਨਾ ਕਿਸੇ ਦਾ ਕੁਝ ਸਵਾਰਦਾ ਹੈ। ਲੇਕਿਨ ਪਰਮੇਸ਼ਰ ਦੇ ਪਿਆਰੇ ਮਹਾਂਪੁਰਖ ਸੰਤ ਜਨ, ਉਹ ਪੂਰੇ ਦੇ ਪੂਰੇ ਦੂਸਰਿਆਂ ਨੂੰ ਹੀ ਸਮਰਪਿਤ ਹੁੰਦੇ ਨੇ, ਦੂਸਰਿਆਂ ਨੂੰ ਹੀ ਚੰਗੇ ਪਾਸੇ ਲਾਉਣ ਵਾਸਤੇ ਤਤਪਰ ਰਹਿੰਦੇ ਨੇ। ਐਸੇ ਮਹਾਂਪੁਰਖਾਂ ਦੀ ਬਾਬਤ ਗੁਰਬਾਣੀ ਸਮਝਾਉਂਦੀ ਹੈ, ਜਨਮ ਮਰਨ ਦੋਹੂ ਮੈਂ ਨਾਹੀਂ, ਜਨ ਪਰਉਪਕਾਰੀ ਆਏ। ਉਹ ਨਾ ਜਨਮ ਵਿੱਚ ਨਾ ਮਰਨ ਵਿੱਚ, ਉਹ ਪਰਉਪਕਾਰਤਾ ਕਰਕੇ। ਪਰਉਪਕਾਰਤਾ ਦਾ ਅਰਥ ਹੁੰਦਾ ਕਿਸੇ ਦੂਸਰੇ ਦਾ ਸਵਾਰਨਾ। ਉਹ ਦੂਸਰੇ ਦਾ ਸਵਾਰਨ ਵਿੱਚ ਹੀ ਲੱਗੇ ਰਹਿੰਦੇ ਨੇ, ਦੂਸਰੇ ਦਾ ਭਲਾ ਕਰਨ ਵਿੱਚ ਹੀ ਲੱਗੇ ਰਹਿੰਦੇ ਨੇ। ਆਪਣਾ ਵਿਗਾੜ ਕੇ ਵੀ, ਆਪ ਦੁੱਖ ਝੱਲ ਕੇ ਵੀ ਦੂਸਰੇ ਦਾ ਸਵਾਰਦੇ ਨੇ। ਕਹਿੰਦੇ ਨੇ ਇੱਕ ਨਦੀ ਦੇ ਵਿੱਚ ਬਿੱਛੂ ਰੁੜਿਆ ਜਾ ਰਿਹਾ ਸੀ। ਇੱਕ ਮਹਾਤਮਾ ਉਸ ਨੂੰ ਬਚਾਉਣ ਵਾਸਤੇ ਚੁੱਕਦੇ ਹਨ ਤੇ ਬਿੱਛੂ ਆਪਣੇ ਸੁਭਾਅ ਦੇ ਮੁਤਾਬਕ ਡੰਗ ਮਾਰ ਦਿੰਦਾ ਹੈ। ਮਹਾਂਪੁਰਖ ਫੇਰ ਉਸ ਨੂੰ ਚੁੱਕਦੇ ਨੇ, ਉਹ ਫੇਰ ਡੰਗ ਮਾਰ ਦਿੰਦਾ ਹੈ। ਨੇੜੇ ਘਾਟ ਉੱਤੇ ਇੱਕ ਧੋਬੀ ਕੱਪੜੇ ਧੋ ਰਿਹਾ ਸੀ। ਉਹ ਇਹ ਸਾਰਾ ਕੁਝ ਦੇਖ ਰਿਹਾ ਸੀ ਕਿ ਬਿੱਛੂ ਰੁੜਿਆ ਜਾ ਰਿਹਾ ਪਾਣੀ ਵਿੱਚ। ਮਹਾਂਪੁਰਖ ਉਸ ਨੂੰ ਬਚਾਉਣਾ ਚਾਹੁੰਦੇ ਨੇ, ਮਹਾਤਮਾ ਉਸ ਨੂੰ ਪਾਣੀ ਵਿੱਚੋਂ ਬਾਹਰ ਕੱਢਣਾ ਚਾਹੁੰਦੇ ਨੇ। ਮਹਾਂਪੁਰਖ ਹੱਥ ਦੇ ਚੁੱਕਦੇ ਨੇ, ਉਹ ਫੇਰ ਡੰਗ ਮਾਰ ਦਿੰਦਾ। ਉਹ ਆਇਆ, ਕਹਿਣ ਲੱਗਾ, ਮਹਾਤਮਾ ਜੀ, ਜਦੋਂ ਬਿੱਛੂ ਆਪ ਦੇ ਹੱਥ ਦੇ ਡੰਗ ਮਾਰਦਾ ਹੈ, ਆਪ ਵਾਰ-ਵਾਰ ਉਹਨੂੰ ਕਿਉਂ ਬਚਾਉਂਦੇ? ਕਿਉਂ ਉਸ ਦੀ ਜਾਨ ਬਚਾਉਂਦੇ ਹੋ? ਮਰਨ ਦਿਓ, ਰੁੜ ਜਾਣ ਦਿਓ, ਤੁਸੀਂ ਕੀ ਲੈਣਾ ਹੈ? ਮਹਾਤਮਾ ਨੇ ਆਖਿਆ, ਭਲਿਆ, ਜੇ ਚੰਗਾ ਸੁਭਾਅ ਨਹੀਂ ਛੱਡਦਾ, ਜੇ ਮਾੜਾ ਸੁਭਾਅ ਨਹੀਂ ਛੱਡਦਾ, ਬੁਰਾ ਸੁਭਾਅ ਨਹੀਂ ਛੱਡਦਾ, ਤੇ ਅਸੀਂ ਚੰਗਾ ਸੁਭਾਅ ਆਪਣਾ ਕਿਉਂ ਛੱਡੀਏ? ਇਹ ਦੂਸਰੇ ਨੂੰ ਮਾਰਨ ਵਾਲਾ ਸੁਭਾਅ ਨਹੀਂ ਛੱਡਦਾ, ਤੇ ਅਸੀਂ ਦੂਸਰੇ ਨੂੰ ਬਚਾਉਣ ਵਾਲਾ ਸੁਭਾਅ ਕਿਉਂ ਛੱਡ ਦਈਏ? ਇਹ ਮਹਾਂਪੁਰਖਾਂ ਦੀ ਸੋਚ ਹੈ, ਇਹ ਮਹਾਂਪੁਰਖਾਂ ਦਾ ਸੁਭਾਅ ਹੈ। ਸੋ ਸੰਤ ਬਾਬਾ ਦਲੀਪ ਸਿੰਘ ਜੀ ਮਹਾਂਪੁਰਖਾਂ ਦੀ ਬਰਸੀ ਮਨਾਈ ਜਾ ਰਹੀ ਹੈ। ਕੱਲ੍ਹ ਨੂੰ ਵੱਡੇ ਪੱਧਰ ਤੇ ਦੀਵਾਨ ਸਜਣਗੇ ਔਰ ਇਸੇ ਤਰ੍ਹਾਂ ਸਾਡੇ ਸਤਿਕਾਰਯੋਗ ਸਰਦਾਰ ਜੋਗਿੰਦਰ ਸਿੰਘ ਜੀ ਨਿੱਜਰ, ਜੋ ਪਿੰਡ ਮੀਲੀ ਤੋਂ ਨੇ, ਜਿਨ੍ਹਾਂ ਦੇ ਵਡੇਰਿਆਂ ਨੇ ਮਹਾਂਪੁਰਖਾਂ ਦੀ ਬੜੀ ਸੇਵਾ ਕੀਤੀ ਹੈ, ਜਿਨ੍ਹਾਂ ਦੇ ਉੱਪਰ ਮਹਾਂਪੁਰਖ ਬਾਬਾ ਦਲੀਪ ਸਿੰਘ ਜੀ ਦੀ ਬੜੀ ਬਖਸ਼ਿਸ਼ ਹੈ। ਸਰਦਾਰ ਨਿੱਜਰ ਜੋਗਿੰਦਰ ਸਿੰਘ ਜੀ ਨੂੰ ਮਹਾਰਾਜ ਨੇ ਪੋਤਰੇ ਦੀ ਦਾਤ ਬਖਸ਼ਿਸ਼ ਕੀਤੀ ਹੈ। ਸੋ ਪੋਤਰੇ ਦੇ ਜਨਮ ਦਿਨ ਦੀ ਖੁਸ਼ੀ ਵਿੱਚ, ਇਹ ਪੋਤਰੇ ਦੀ ਦਾਤ ਮਿਲਣ ਦੀ ਖੁਸ਼ੀ ਵਿੱਚ ਗੁਰੂ ਸਾਹਿਬ ਜੀ ਦਾ ਧੰਨਵਾਦ ਕਰਦੇ ਹਾਂ, ਸ਼ੁਕਰਾਨਾ ਕਰਦੇ ਹਾਂ। ਅਖੰਡ ਪਾਠ ਸਾਹਿਬ ਦੀ ਸੇਵਾ ਪਰਿਵਾਰ ਨੇ ਲਈ ਹੈ, ਸੇਵਕ ਪਰਿਵਾਰ ਵੱਲੋਂ ਇਹ ਸੇਵਾ ਚੱਲ ਰਹੀ ਹੈ। ਸੋ ਕੱਲ੍ਹ ਨੂੰ ਇਸੇ ਤਰ੍ਹਾਂ ਫੇਰ ਹਾਜ਼ਰੀਆਂ ਭਰਾਂਗੇ। ਇੱਥੇ ਕਥਾ ਦੀ ਸਮਾਪਤੀ ਹੈ। ਸਾਰੀ ਸੰਗਤ ਪਿਆਰ ਵਿੱਚ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।